ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ। ਇਹ ਉਹਨਾਂ ਤੋਂ ਅੱਡ ਹੈ ਜਾਂ ਫਿਰ ਉਹਨਾਂ ਦੇ ਹੀ ਜਿਹੜੇ ਉਹ ਪੁਰਾਣੇ ਕਿੱਸੇ ਜਿਹੜੇ ਦਿਖਾਏ ਗਏ ਨੇ ਜਾਂ ਉਹਨਾਂ ਦੇ ਬਾਰੇ ਹੀ ਇਹ ਫਿਰ ਤੋਂ ਜਿਹੜਾ ਹੈ ਦਿਖਾਇਆ ਗਿਆ। ਬਾਬਾ ਸਾਹਿਬ ਨੂੰ ਤਾਂ ਸਾਡੇ ਦੇਸ਼ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹੀ ਨਹੀਂ। ਇਹ ਉਹਨਾਂ ਦੇ ਬਹੁਤ ਛੋਟੀਆਂ ਪ੍ਰਾਪਤੀਆਂ, ਜੇ ਉਹਨਾਂ ਦੀਆਂ ਟੋਟਲ ਪ੍ਰਾਪਤੀਆਂ ਦੇਖੀਏ ਤਾਂ ਉਹਦਾ ਇੱਕ ਹਿੱਸਾ ਆ ਔਰ ਛੋਟਾ ਹਿੱਸਾ ਆ। ਇਸ ਫਿਲਮ ਨੂੰ ਬਣਾਉਣ ਦੇ ਵਿੱਚ ਕਿੰਨੀ ਕੁ ਮਿਹਨਤ ਲੱਗੀ, ਕਿਉਂਕਿ ਇਹ ਐਨੀਮੇਟਡ ਫਿਲਮ ਸੀ। ਸੋ ਇਹਦਾ ਮਤਲਬ ਇਹੀ ਆ ਕਿ ਤੁਸੀਂ ਇਮੇਜਿਨ ਕਰ ਸਕਦੇ ਆ ਕਿ ਕਿੰਨਾ ਡਿਫਿਕਲਟ ਹੈ। ਤਾਂ ਇਹ ਫਿਲਮ ਜਿਹੜੀ ਹੈ ਬਣਾਉਣ ਦੀ ਕਿਉਂ ਜ਼ਰੂਰਤ ਪੈ ਗਈ, ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸੀ ਮੌਜੂਦ ਸੀ। ਮੇਰਾ ਖਿਆਲ ਆ ਕਿ ਭਾਵੇਂ ਅਸੀਂ ਇੱਕ ਫਾਰਮੈਟ ਐਨੀਮੇਸ਼ਨ ਦਾ ਚੁਣਿਆ ਆ, ਲੇਕਿਨ ਇਹਦੇ ਵਿੱਚ ਅਸੀਂ ਪਰਫੈਕਟ ਉਹਨਾਂ ਦੀ ਲਾਈਫ ਨੂੰ ਪ੍ਰੋਜੈਕਟ ਕਰਨ ਦੇ ਵਿੱਚ ਸਫਲ ਹੋਏ। ਫਿਲਮ ਦੇ ਵਿੱਚ ਆਵਾਜ਼ ਦੀ ਹੈ ਨਾ, ਸੋ ਬੇहद ਦਮਦਾਰ, ਜਦੋਂ ਤੁਸੀਂ ਟ੍ਰੇਲਰ ਦਿਖਾਇਆ ਦਮਦਾਰ ਆਵਾਜ਼ ਹੈ। ਸੋ ਇਹਨਾਂ ਪਿਛਲੀਆਂ ਆਵਾਜ਼ਾਂ ਬਾਰੇ ਵੀ ਜ਼ਰੂਰ ਦੱਸੋ। ਤੇ ਸਾਨੂੰ ਇਹੀ ਸੀਗਾ ਕਿ ਮਰਾਠੀ ਐਕਸੈਂਟ ਜਿਹੜਾ ਨਾ ਉਹ ਮਤਲਬ ਉਹਨਾਂ ਨੂੰ ਹਾਇਰ ਕੀਤਾ ਜਾਵੇ ਜਿਹਨਾਂ ਦਾ ਮਰਾਠੀ ਐਕਸੈਂਟ ਹੈਗਾ ਆ। ਪਰ ਜਦੋਂ ਤੁਸੀਂ ਕਿਹਾ ਨਾ ਬਹੁਤ ਘੱਟ ਲੋਕ ਜਾਣਦੇ ਨੇ, ਸਿਰਫ ਇਹੀ ਜਾਣਦੇ ਨੇ ਕਿ ਕਨਸਟੀਟਿਊਸ਼ਨ ਲਿਖਿਆ ਜਾਂ ਕੁਝ ਹਿੱਸੇ ਲਿਖੇ ਨੇ। ਸਾਨੂੰ ਮੈਡਮ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਜਿਹਨੂੰ ਲੋਕ ਉਡੀਕਦੇ ਆ ਦਹਾਕਿਆਂ ਤੋਂ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਹੈ। ਬਹੁਤ ਸਾਰੀਆਂ ਫਿਲਮਾਂ ਅਸੀਂ ਰੋਜ਼ਾਨਾ ਦੇਖਦੇ ਹਾਂ ਔਰ ਰੋਜ਼ਾਨਾ ਹੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਕਹਾਣੀਆਂ ਸਾਡੇ ਵਿੱਚ, ਜਾਂ ਫਿਰ ਅਸੀਂ ਕਹਾਣੀਆਂ ਜੋ ਦੇਖਦੇ ਹਾਂ ਉਹਨਾਂ ਨੂੰ ਦੇਖਣਾ ਅਸੀਂ ਪਸੰਦ ਕਰਦੇ ਹਾਂ। ਪਰ ਕੁਝ ਕਹਾਣੀਆਂ ਅਜਿਹੀਆਂ ਹੁੰਦੀਆਂ ਨੇ ਜੋ ਸੰਦੇਸ਼ ਲੈ ਕੇ ਆਉਂਦੀਆਂ ਨੇ, ਜਾਂ ਫਿਰ ਜੋ ਹਿਸਟਰੀ ਦੇ ਵਿੱਚ ਵਾਪਰਿਆ ਹੁੰਦਾ ਉਸ ਨੂੰ ਲੈ ਕੇ ਕਹਾਣੀਆਂ ਹੁੰਦੀਆਂ ਨੇ। ਅਜਿਹੀ ਹੀ ਇੱਕ ਸਕ੍ਰਿਪਟ ਅਤੇ ਸਕਰੀਨ ਪਲੇ ਲੇਖਕ ਜਿਹੜੇ ਨੇ ਸਾਡੇ ਨਾਲ ਬੈਠੇ ਨੇ, ਮੌਜੂਦ ਨੇ ਸਤਨਾਮ ਚਾਨਾ ਹੁਣੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜੀ, ਸ਼ੁਕਰੀਆ ਜੀ ਸਰ। ਤੁਹਾਡੀ ਫਿਲਮ ਜੈ ਭੀਮ ਜਿਹੜੀ ਤੁਸੀਂ ਲੈ ਕੇ ਆ ਰਹੇ ਹੋ, ਉਹਨਾਂ ਦੇ ਜਨਮ ਦਿਨ ਤੇ ਡਾਕਟਰ BR ਅੰਬੇਡਕਰ ਸਾਹਿਬ ਉਹਨਾਂ ਦੇ ਜਨਮ ਦਿਨ ਤੇ 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਸੋ ਇਸ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ। ਇਹ ਉਹਨਾਂ ਤੋਂ ਅੱਡ ਹੈ ਜਾਂ ਫਿਰ ਉਹਨਾਂ ਦੇ ਹੀ ਜਿਹੜੇ ਉਹ ਪੁਰਾਣੇ ਕਿੱਸੇ ਜਿਹੜੇ ਦਿਖਾਏ ਗਏ ਨੇ ਜਾਂ ਉਹਨਾਂ ਦੇ ਬਾਰੇ ਹੀ ਇਹ ਫਿਰ ਤੋਂ ਜਿਹੜਾ ਹੈ ਦਿਖਾਇਆ ਗਿਆ। ਨਹੀਂ, ਇਹ ਠੀਕ ਹੈ ਕਿ ਬਾਬਾ ਸਾਹਿਬ ਦੇ ਬਾਰੇ ਬਹੁਤ ਕੁਝ ਲਿਖਿਆ ਗਿਆ ਔਰ ਬਹੁਤ ਕੁਝ ਲਿਖਿਆ ਜਾ ਰਿਹਾ, ਔਰ ਇੰਨੀਆਂ ਬੁੱਕਸ ਆ ਗਈਆਂ ਹੋਈਆਂ ਆ ਕਿ ਜਿਨ੍ਹਾਂ ਨੂੰ ਪੜ੍ਹਨਾ ਹੋਵੇ ਤਾਂ ਬਹੁਤ ਸਾਰੇ ਸਾਲ ਲੱਗਣ ਵਾਲੇ। ਲੇਕਿਨ ਫਿਰ ਵੀ ਆਮ ਲੋਕਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਦੇਸ਼ ਦਾ ਨਾਗਰਿਕ ਹੈ ਜਿਹੜਾ, ਉਹਨੂੰ ਸਿਰਫ ਥੋੜ੍ਹੀ ਜਿਹੀਆਂ ਗੱਲਾਂ ਦਾ ਗਿਆਨ ਆ ਕਿ ਬਾਬਾ ਸਾਹਿਬ ਨੇ ਕਨਸਟੀਟਿਊਸ਼ਨ ਲਿਖਿਆ ਸੀ ਅਤੇ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਕਰਵਾ ਦਿੱਤੀ। ਜੈਸੇ ਦੋ ਤੋਂ ਬਾਅਦ ਕੋਈ ਹੋਰ ਥੋੜ੍ਹਾ ਜਿਹਾ ਜਾਣਦਾ ਹੋਵੇਗਾ ਤਾਂ ਇੱਕ ਅੱਧੀ ਕੋਈ ਚੀਜ਼ ਨੂੰ ਹੋਰ ਜਾਣਦਾ ਹੋਵੇਗਾ ਕਿ ਅਨਟੱਚੇਬਿਲਿਟੀ ਦੇ ਖਿਲਾਫ ਉਹਨਾਂ ਨੇ ਸੰਘਰਸ਼ ਕੀਤਾ। ਇਸ ਨੂੰ ਹੀ ਸਾਹਮਣੇ ਰੱਖਦਿਆਂ ਹੋਇਆਂ ਕਿ ਅਸਲ ਦੇ ਵਿੱਚ ਬਾਬਾ ਸਾਹਿਬ ਨੂੰ ਤਾਂ ਸਾਡੇ ਦੇਸ਼ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹੀ ਨਹੀਂ। ਇਹ ਉਹਨਾਂ ਦੇ ਬਹੁਤ ਛੋਟੀਆਂ ਪ੍ਰਾਪਤੀਆਂ, ਜੇ ਉਹਨਾਂ ਦੀਆਂ ਟੋਟਲ ਪ੍ਰਾਪਤੀਆਂ ਦੇਖੀਏ ਤਾਂ ਉਹਦਾ ਇੱਕ ਹਿੱਸਾ ਆ ਔਰ ਛੋਟਾ ਹਿੱਸਾ ਆ। ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਲਿਖਣਾ ਸ਼ੁਰੂ ਕੀਤਾ ਸੀਗਾ, ਉਹ ਜਦੋਂ ਵਿਧਾਨ ਘੜਨੀ ਅਸੈਂਬਲੀ ਬਣ ਗਈ, ਉਹਦੇ ਵਿੱਚ ਉਹ ਕਿੱਦਾਂ ਜਿੱਤ ਕੇ ਆਏ ਵੱਖਰੀ ਕਹਾਣੀ ਆ। ਔਰ ਉਹ ਉੱਥੋਂ ਜਦੋਂ ਉਹਨਾਂ ਨੂੰ ਕਮੇਟੀ 'ਚ ਪਾ ਲਿਆ ਗਿਆ ਤਾਂ ਫਿਰ ਕਮੇਟੀ ਨੇ ਉਹਨਾਂ ਨੂੰ ਆਪਣਾ ਚੇਅਰਮੈਨ ਬਣਾ ਲਿਆ। ਉਹ ਖੁਦ ਕਹਿੰਦੇ ਆ ਕਿ ਮੈਂ ਤਾਂ ਸਿਰਫ ਇਸ ਦੇਸ਼ ਦੇ ਦਲਿਤਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਅਸੈਂਬਲੀ 'ਚ ਆਉਣਾ ਚਾਹੁੰਦਾ ਸੀਗਾ ਤਾਂ ਕਿ ਉਹਨਾਂ ਦੀਆਂ ਗੱਲਾਂ ਵੀ ਕੁਝ ਪੈ ਜਾਣ, ਪਰ ਮੈਨੂੰ ਕਮੇਟੀ 'ਚ ਪਾ ਲੈਣਗੇ ਇਹਦਾ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ। ਪਰ ਮੈਂ ਹੈਰਾਨ ਹੀ ਹੋ ਗਿਆ ਕਿ ਕਮੇਟੀ ਨੇ ਮੈਨੂੰ ਆਪਣਾ ਚੇਅਰਮੈਨ ਬਣਾ ਲਿਆ। ਇਹ ਉਹਨਾਂ ਦਾ ਉਸ ਟਾਈਮ 'ਤੇ ਕਹਿਣਾ ਇਹ ਦੱਸਦਾ ਆ ਕਿ ਕਨਸਟੀਟਿਊਸ਼ਨ ਦੀ ਤਾਂ ਰਚਨਾ ਉਹ ਤੋਂ ਬਾਅਦ ਸ਼ੁਰੂ ਹੋਈ। ਉਹਨਾਂ ਦਾ ਜਿਹੜਾ ਪਹਿਲਾ ਜੀਵਨ ਆ, ਸੰਘਰਸ਼ਮਈ ਜੀਵਨ, ਫੀਲਡ ਦੇ ਵਿੱਚ ਵੀ ਅਤੇ ਇੰਟਲੈਕਟ ਦੇ ਲੈਵਲ ਦੇ ਉੱਤੇ, ਉਦੋਂ ਬਹੁਤ ਵੱਡੇ ਫਿਲਾਸਫਰ ਸੀ। ਦੁਨੀਆ ਦੇ ਫਿਲਾਸਫਰਾਂ ਨਾਲ ਟੱਕਰ ਲੈਣ ਵਾਲੇ ਫਿਲਾਸਫਰ ਸੀਗੇ ਉਹ। ਦੁਨੀਆ ਦੇ ਇਕੋਨੋਮਿਸਟਾਂ ਨੂੰ ਕੁਐਸਚਨ ਕਰਨ ਵਾਲੇ ਅਤੇ ਨਵੀਆਂ ਧਾਰਾਵਾਂ ਪੈਦਾ ਕਰਨ ਵਾਲੇ ਉਹ ਇਕੋਨੋਮਿਸਟ ਸੀਗੇ, ਪੋਲੀਟੀਸ਼ੀਅਨ ਸੀਗੇ, ਲੇਕਿਨ ਸਟਰਗਲ ਕਰਨ ਵਾਲੇ ਯੋਧੇ ਵੀ ਸੀਗੇ। ਸੋ ਇਹ ਗੱਲਾਂ ਜਿਹੜੀਆਂ ਨਾ, ਇਹਨਾਂ ਦੀ ਡਿਪੈਕਸ਼ਨ ਹੋਣੀ ਬੜੀ ਜ਼ਰੂਰੀ ਆ। ਅੱਜ ਜਦੋਂ ਅਸੀਂ ਇੱਕ ਸੰਕਟ ਦੇ ਦੌਰ ਦੇ ਵਿੱਚੋਂ ਦੀ ਨਿਕਲ ਰਹੇ ਹਾਂ, ਸਾਡਾ ਦੇਸ਼, ਔਰ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ ਆ, ਤਾਂ ਫਿਰ ਉਸ ਸਮੇਂ 'ਤੇ ਹੁੰਦਾ ਆ ਕਿ ਮੇਰਾ ਇਹ ਮੰਨਣਾ ਕਿ ਜੇ ਅੱਗੇ ਨੂੰ ਵਧਣਾ ਹੋਵੇ ਤਾਂ ਦੇਖਣਾ ਪਿੱਛੇ ਵੱਲ ਨੂੰ ਪੈਂਦਾ ਹੈ
ਕਿ ਸਾਡਾ ਇਤਿਹਾਸ ਸਾਨੂੰ ਕੀ ਸਬਕ ਦੇ ਕੇ ਗਿਆ, ਤਾਂ ਅਸੀਂ ਅਗਲੀ ਆਪਣੀਆਂ ਪੈੜਾਂ ਬਣਾ ਸਕਦੇ ਹਾਂ। ਉਹ ਜਦੋਂ ਅਸੀਂ ਦੇਖਦੇ ਹਾਂ ਤਾਂ ਹੁਣ ਤੁਸੀਂ ਸਾਰਾ ਦੇਸ਼ ਜਾਣਦਾ ਆ ਕਿ ਜੇ ਕੋਈ ਸਭ ਤੋਂ ਵੱਧ ਡਾਕੂਮੈਂਟ ਡਿਸਕਸ ਕੀਤਾ ਜਾ ਰਿਹਾ ਇਸ ਦੇਸ਼ ਦੇ ਵਿੱਚ ਤਾਂ ਉਹ ਦੇਸ਼ ਦਾ ਸੰਵਿਧਾਨ ਆ। ਜੇ ਸਭ ਤੋਂ ਵੱਧ ਕੋਈ ਸ਼ਖਸੀਅਤ 'ਤੇ ਡਿਸਕਸ਼ਨ ਹੋ ਰਹੀ ਹੈ ਤਾਂ ਉਹ ਬਾਬਾ ਸਾਹਿਬ ਨੇ, ਜਿਨ੍ਹਾਂ ਨੂੰ ਦਹਾਕਿਆਂ ਦੇ ਦਹਾਕੇ ਕਿਸੇ ਨੇ ਉਹਨਾਂ ਨੂੰ ਕਿਉਂ ਉੱਪਰ ਲਿਆ ਕੇ ਉਹਨਾਂ ਦੀਆਂ ਲਿਖਤਾਂ ਨੂੰ, ਉਹਨਾਂ ਦੇ ਕਥਨਾਂ ਨੂੰ ਫਰੋਲਿਆ ਜਾ ਰਿਹਾ, ਕਿਉਂਕਿ ਅਸੀਂ ਐਸੀ ਸਿਚੁਏਸ਼ਨ 'ਚ ਫਸ ਗਏ ਹਾਂ ਕਿ ਬਾਬਾ ਸਾਹਿਬ ਦੇ ਵਿਚਾਰਾਂ ਦੀ ਹੁਣ ਲੋੜ ਪੈ ਰਹੀ ਆ। ਹੁਣ ਅਸੀਂ ਫਿਲਮ ਬਣਾਉਂਦੇ ਦੇਖਿਆ ਕਿ ਉਹ ਸਵਾਲ ਜਿਹੜੇ ਅੱਜ ਖੜ੍ਹੇ ਨੇ ਉਹਨਾਂ ਦਾ ਜਵਾਬ ਬਾਬਾ ਸਾਹਿਬ ਨੇ ਉਦੋਂ ਦਿੱਤਾ ਹੋਇਆ ਜਦੋਂ ਜਾਂ ਉਹ ਪਾਰਲੀਮੈਂਟ 'ਚ ਬੋਲਦਿਆਂ ਹੋਇਆਂ ਉਹਨਾਂ ਨੇ ਗੱਲਾਂ ਕਹੀਆਂ, ਜਾਂ ਉਹਨਾਂ ਨੇ ਜਿਹੜੇ ਉਹਨਾਂ ਦੇ 22-23 ਵੋਲੀਅਮ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਕਹੀਆਂ ਹੋਈਆਂ, ਅਤੇ ਜਾਂ ਰਾਊਂਡ ਟੇਬਲ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੇ ਕਥਨ ਹੈ ਨਾ ਉਹ ਅੱਜ ਐਪਲੀਕੇਬਲ ਹੋ ਰਹੇ ਆ। ਉਹ ਜਿਹੜੇ ਸ਼ੰਕੇ ਪੈਦਾ ਕਰਦੇ ਸੀ ਉਹ ਸੱਚ ਸਾਬਤ ਹੋ ਰਹੇ ਆ, ਹੈ ਨਾ। ਇਸ ਕਰਕੇ ਉਹਨਾਂ ਦੇ ਵਿਚਾਰਧਾਰਾ ਨੂੰ ਦੇਖਣਾ ਫਰੋਲਣਾ ਅੱਜ ਦੇ ਵਾਸਤੇ ਰਾਹ ਕੱਢਣ ਦੇ ਲਈ ਬੜਾ ਜ਼ਰੂਰੀ ਆ, ਔਰ ਉਹ ਸਾਰੇ ਨੇਸ਼ਨ ਨੂੰ ਪਤਾ ਹੋਵੇ। ਅਸੀਂ ਇਸ ਇਰਾਦੇ ਦੇ ਨਾਲ, ਅਸੀਂ ਮਤਲਬ ਐਡੇ ਵੱਡੇ ਫਿਲਮ ਮੇਕਰ ਨਹੀਂ ਹੈਗੇ ਕਿ ਸਾਨੂੰ ਹਰ ਬੰਦਾ ਉਡੀਕ ਰਿਹਾ ਆ, ਲੇਕਿਨ ਜਦੋਂ ਜਾਏਗੀ ਤਾਂ ਗੱਲ ਲੋਕਾਂ ਨੂੰ ਪਤਾ ਲੱਗਣੀ ਸ਼ੁਰੂ ਹੋ ਜਾਏਗੀ ਕਿ ਜੇ ਸਾਰਾ ਕੁਝ ਜਾਣਨਾ, ਬਹੁਤ ਕੁਝ ਜਾਣਨਾ ਚਾਹੁੰਦੇ ਆ ਤਾਂ ਇਹ ਫਿਲਮ ਦੇਖਣੀ ਪੈਣੀ ਹੈ। ਅੱਛਾ ਸਤਨਾਮ ਜੀ, ਜੇਕਰ ਗੱਲ ਕਰੀਏ ਤਾਂ ਇਸ ਫਿਲਮ ਦੇ ਬਾਰੇ ਗੱਲ ਕਰਾਂ ਕਿ ਤੁਹਾਨੂੰ ਲੱਗਦਾ ਕਿ ਜਿੰਨਾ ਅੰਸ਼ ਤੁਸੀਂ ਜਿੰਨੇ ਟਾਈਮ ਪੀਰੀਅਡ ਦੀ ਕੁਝ ਡਿਊਰੇਸ਼ਨ ਦੀ ਇਹ ਫਿਲਮ ਬਣਾਈ ਹੈ ਉਹਦੇ ਵਿੱਚ ਉਹ ਸਾਰਾ ਕੁਝ ਜੋ ਅੱਜ ਸਵਾਲ ਉਠਾਏ ਜਾ ਰਹੇ ਉਹ ਪੂਰੇ ਦਿਖਾ ਪਾਏ ਹੋ ਤੁਸੀਂ, ਜਾਂ ਇਸ ਦਾ ਅੱਗੇ ਹਿੱਸਾ ਵੀ ਬਣਾਇਆ ਜਾ ਸਕਦਾ? ਮੇਰਾ ਖਿਆਲ ਹੈ ਕਿ ਅਸੀਂ ਆਪਣੇ ਵੱਲੋਂ ਉਹ ਕੰਪਲੀਟ ਕਰ ਦਿੱਤਾ ਹੈ। ਉਂਝ ਬਾਬਾ ਸਾਹਿਬ ਦੇ ਪੂਰੇ ਜੀਵਨ ਨੂੰ, ਹਰ ਥਾਟ ਨੂੰ ਐਕਸਪਲੇਨ ਕਰਨਾ ਹੋਵੇ ਤਾਂ ਘੱਟ ਤੋਂ ਘੱਟ 100 ਕਿਸ਼ਤਾਂ ਦਾ ਸੀਰੀਅਲ ਚਾਹੀਦਾ। ਲੇਕਿਨ ਇਹਦੀ ਜਿਹੜੀ ਗ੍ਰਾਮਰ ਹੈ ਸਾਨੂੰ ਉਹਦੇ ਵਿੱਚ ਹੀ ਰਹਿਣਾ ਪੈਣਾ ਸੀਗਾ। ਜਿਹੜੀ ਫਿਲਮ ਦੀ ਹੈਗੀ ਆ 156 ਮਿੰਟ ਦੀ ਫਿਲਮ ਆ, 154 ਸੀਨ ਹੈ, ਐਵਰੇਜ 1 ਮਿੰਟ ਦਾ ਸੀਨ ਹੈਗਾ। ਮੈਂ ਰਿਸਰਚ ਦਾ ਬੰਦਾ ਆ, ਮੇਰੀਆਂ ਬੁੱਕਸ ਨੇ, ਮੇਰੇ ਕੋਲ ਖੁੱਲ੍ਹਾ ਟਾਈਮ ਹੁੰਦਾ, ਖੁੱਲ੍ਹੇ ਸਫ਼ੇ ਹੁੰਦੇ, ਮੈਂ ਚਾਹੇ 20 ਸਫ਼ਿਆਂ 'ਚ ਗੱਲ ਕਰਾਂ ਚਾਹੇ 15 'ਚ ਕਰਾਂ, ਪਰ ਇਹਦੇ 'ਚ ਮੇਰੇ 'ਤੇ ਪਾਬੰਦੀ ਆ ਕਿ 1 ਮਿੰਟ 'ਚ ਗੱਲ ਕਰਨੀ ਆ। ਹੁਣ ਤੁਸੀਂ ਇਹਨੂੰ ਹੈ ਨਾ, ਸੋ ਉਸ ਨੂੰ ਡਾਇਲੋਗ ਉਸ ਤਰ੍ਹਾਂ ਦੇ ਕ੍ਰੀਏਟ ਕਰਨੇ, ਉਹ ਇੱਕ ਫੀਲਿੰਗ ਲੈ ਕੇ ਆਉਣੀ। ਉਹਦੇ 'ਚ ਮਿਊਜ਼ਿਕ ਦਾ ਵੀ ਹਿੱਸਾ ਆ, ਉਹਦੇ 'ਚ ਕੈਮਰੇ ਦਾ ਵੀ ਹਿੱਸਾ ਹੈਗਾ ਕਿ ਕਿਹੜੇ ਐਂਗਲ ਤੋਂ ਤੁਸੀਂ ਪੇਸ਼ ਕਰ ਰਹੇ ਹੋ, ਹੈ ਨਾ। ਮੈਂ ਸਕਰੀਨ ਪਲੇ ਰਾਈਟਰ ਹੈਗਾ, ਇਸ ਕਰਕੇ ਮੈਨੂੰ ਸਾਰੀਆਂ ਗੱਲਾਂ ਦਾ ਥੋੜ੍ਹੀ ਸਹੂਲਤ ਸੀ ਕਿ ਮੈਂ ਉਸ ਨੂੰ, ਮੈਂ ਸਮਝਦਾ ਕਿ ਜੇ ਕੁਛ ਮੈਂ ਪੇਸ਼ ਕਰਨਾ ਚਾਹੁੰਦਾ ਸੀਗਾ ਉਹਦੇ 'ਚ ਮੈਨੂੰ ਸਫਲਤਾ ਹੋਈ ਆ। ਅੱਛਾ ਸਤਨਾਮ ਜੀ, ਜਿੱਦਾਂ ਹੁਣ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਫਿਲਮਾਂ ਪਹਿਲਾਂ ਬਣੀਆਂ ਹੋਈਆਂ ਨੇ ਡਾਕਟਰ BR ਅੰਬੇਦਕਰ ਸਾਹਿਬ ਹੋਣਾ 'ਤੇ, ਸੋ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਜਿਹੜੀ ਹੈ ਬਣਾਉਣ ਦੀ ਕਿਉਂ ਜ਼ਰੂਰਤ ਪੈ ਗਈ? ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸੀ ਮੌਜੂਦ ਸੀਗੀਆਂ। ਹਾਂ, ਨਹੀਂ ਕੋਈ ਜਿੱਦਾਂ ਫੀਚਰ ਫਿਲਮ ਬਹੁਤ ਦੇਰ ਪਹਿਲਾਂ, ਮਤਲਬ ਕੋਈ ਮੇਰੇ ਖਿਆਲ 15 ਕੁ ਸਾਲ ਸਾਊਥ 'ਚ ਬਣੀ ਸੀਗੀ, ਉਹਦੀ ਡਬਿੰਗ ਹੋਈ ਆ। ਵੈਸੇ ਉਹ ਤੋਂ ਬਾਅਦ ਕੁਛ ਡਾਕੂਮੈਂਟ, ਕੁਝ ਇੱਕ ਛੋਟੇ ਪਾਰਟਸ ਲੈ ਕੇ ਬਣ ਰਹੇ ਆ, ਹੈ ਨਾ। ਡਾਕੂਮੈਂਟੇਸ਼ਨ ਹੋ ਰਹੀ ਆ, ਡਰਾਮੇ ਲਿਖੇ ਜਾ ਰਹੇ ਆ, ਪਲੇ ਹੋ ਰਹੇ ਆ, ਉਹ ਹੋ ਰਿਹਾ ਆ। ਲੇਕਿਨ ਫੀਚਰ ਫਿਲਮ ਦੇ ਤੌਰ 'ਤੇ ਉੱਤੇ ਮੇਰਾ ਖਿਆਲ ਆ ਕਿ ਭਾਵੇਂ ਅਸੀਂ ਇੱਕ ਫਾਰਮੈਟ ਐਨੀਮੇਸ਼ਨ ਦਾ ਚੁਣਿਆ ਆ, ਲੇਕਿਨ ਇਹਦੇ ਵਿੱਚ ਅਸੀਂ ਪਰਫੈਕਟ ਉਹਨਾਂ ਦੀ ਲਾਈਫ ਨੂੰ ਪ੍ਰੋਜੈਕਟ ਕਰਨ ਦੇ ਵਿੱਚ ਸਫਲ ਹੋਏ ਹਾਂ। ਅਸੀਂ ਉਹਨਾਂ ਦੀ ਸਟਰਗਲ ਨੂੰ, ਇਹ ਹੁੰਦਾ ਕਿ ਮੂਵੀ 'ਚ ਕੀ ਹੁੰਦਾ ਕਿ ਐਕਸ਼ਨ ਪਾ ਦਿਓ, ਮਿਊਜ਼ਿਕ ਪਾ ਦਿਓ, 1-2 ਘਟਨਾ ਐਸੀਆਂ ਜਿਹੜੀਆਂ ਅਟਰੈਕਟਿਵ ਹੋਣ, ਲੇਕਿਨ ਇੱਦਾਂ ਨਹੀਂ ਇਹਦੇ 'ਚ ਕੀਤਾ ਗਿਆ। ਸਟਰਗਲ ਉਹਨਾਂ ਦੀ ਹੈ ਹੀ ਬੜੀ ਇੰਟਰਸਟਿੰਗ ਹੈਗੀ ਆ, ਉਹ ਐਕਸ਼ਨ ਵੀ ਬੜੇ ਇੰਟਰਸਟਿੰਗ ਹੈਗੇ ਆ, ਲੇਕਿਨ ਵਿਚਾਰ, ਉਹਨਾਂ ਦੀ ਫਿਲਾਸਫੀ ਜਿਹੜੀ ਸਾਨੂੰ ਸਿਖਾਉਂਦੀ ਆ, ਉਹਨੂੰ ਕਿੱਦਾਂ ਪੇਸ਼ ਕਰਨਾ ਆ, ਉਹ ਅਸੀਂ ਐਕਸ਼ਨ ਦੇ ਥਰੂ ਉਹ ਫਿਰ ਪੇਸ਼ ਕੀਤੀ ਆ। ਮੇਰਾ ਇਹ ਖਿਆਲ ਆ ਕਿ ਪੜ੍ਹਨ ਦਾ ਜ਼ਮਾਨਾ ਖਤਮ ਹੁੰਦਾ ਜਾ ਰਿਹਾ, ਹੈ ਨਾ, ਔਰ ਉਹ ਪੜ੍ਹਨਗੇ ਜਿਨ੍ਹਾਂ ਨੇ ਡਿਗਰੀਆਂ ਲੈਣੀਆਂ ਯੂਨੀਵਰਸਿਟੀਆਂ ਉੱਤੇ, ਹੈ ਨਾ। ਆਮ ਬੱਚਾ ਵੀ ਇਹ ਚਾਹੂਗਾ, ਮੋਬਾਈਲ ਫੜਿਆ ਉਹ ਕਹਿੰਦਾ ਨਹੀਂ ਅੱਧਾ ਘੰਟਾ ਨਹੀਂ, ਸਗੋਂ 5 ਮਿੰਟ ਦੀ ਹੀ ਹੋਵੇ ਤਾਂ ਠੀਕ ਆ, ਹੈ ਨਾ। ਇਸ ਕਰਕੇ ਇਹਦੇ ਵਿੱਚ ਇਹ ਆ ਕਿ ਵੀ ਬੰਦਿਆਂ ਨੂੰ ਹੁਣ 23 ਵੋਲੀਅਮ 'ਤੇ ਬਹੁਤ ਸਾਰੀਆਂ ਉਹਨਾਂ ਦੀਆਂ ਜੀਵਨੀਆਂ ਅਤੇ ਬਹੁਤ ਸਾਰਾ ਕੁਝ ਹੋਰ ਪੜ੍ਹਨ ਦੀ ਲੋੜ ਸ਼ਾਇਦ ਨਾ ਪਵੇ ਜਦੋਂ ਫਿਲਮ ਦੇਖ ਲਏਗਾ, ਹੈ ਨਾ। ਉਹਨਾਂ ਦੇ ਮਨਾਂ ਦੇ ਕੁਐਸਚਨ ਸਵਾਲ ਹੈ ਜਿਹੜੇ ਉਹਨਾਂ ਦੇ ਜਵਾਬ ਹੋਣਗੇ ਇਹਦੇ 'ਚ, ਹੈ ਨਾ। ਹਾਂ, ਨਵੀਆਂ ਚੀਜ਼ਾਂ ਵੀ ਹੈਗੀਆਂ ਜਿਨ੍ਹਾਂ ਦਾ ਲੋਕਾਂ ਨੂੰ ਸੱਚੀ ਨਹੀਂ ਪਤਾ।
ਅੱਛਾ ਸਤਨਾਮ ਜੀ, ਜੇਕਰ ਗੱਲ ਕਰਾਂ, ਅੱਜ ਕੱਲ੍ਹ ਐਕਸ਼ਨ ਫਿਲਮਸ ਆ ਰਹੀਆਂ ਨੇ ਹੈ ਨਾ, ਰੋਮਾਂਟਿਕ ਲਵ ਜੋਨਰ ਦੀਆਂ ਫਿਲਮਾਂ ਆ ਰਹੀਆਂ, ਇਹ ਇੱਕ ਵੱਖਰਾ ਜੋਨਰ ਹੈ ਨਾ, ਮਤਲਬ ਕਿ ਕਹਿ ਲਓ ਵੀ ਰੀਅਲਿਸਟਿਕ ਮੂਵੀ ਹੈ ਨਾ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਂਦੇ, ਤੁਹਾਨੂੰ ਲੱਗਦਾ ਕਿ ਲੋਕ ਅਟਰੈਕਟ ਹੁੰਦੇ ਨੇ, ਕਿਉਂਕਿ ਅੱਜ ਕੱਲ੍ਹ ਉਹਨਾਂ ਚੀਜ਼ਾਂ ਵੱਲ ਹੀ ਜਿਹੜਾ ਪਿੱਛੇ ਨੱਠਿਆ ਜਾਂਦਾ ਹੈ, ਜਦੋਂ ਕਿਤੇ ਐਕਸ਼ਨ ਸੀਨ ਹੋਣਗੇ ਜਾਂ ਦਮਦਾਰ ਕਹਿ ਲਓ ਵੀ ਹੈ ਨਾ ਕਿਰਦਾਰ ਹੁੰਦੇ ਨੇ, ਦਮਦਾਰ ਕਰੈਕਟਰ ਹੁੰਦੇ ਨੇ, ਤਾਂ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਵੱਲ ਲੋਕ ਅਟਰੈਕਟ ਹੁੰਦੇ ਨੇ? ਦੇਖੋ ਮੈਡਮ, ਇਹ ਆ ਕਿ ਆਰਟ ਆ ਜਿਹੜਾ, ਉਹ ਬੰਦੇ ਦੀ ਜ਼ਿੰਦਗੀ ਦਾ ਬਹੁਤ ਵੱਡਾ ਭਾਰੀ ਹਿੱਸਾ ਹੈ। ਸੰਗੀਤ ਆ, ਪੇਂਟਿੰਗਸ ਹੈਗੀਆਂ, ਲਿਟਰੇਚਰ ਹੈ, ਔਰ ਫਿਕਸ਼ਨ ਹੈ ਜਿਹੜੀ, ਉਹਦਾ ਬਹੁਤ ਵੱਡਾ ਰੋਲ ਆ ਸੁਸਾਇਟੀ ਨੂੰ ਬਿਲਡਅਪ ਕਰਨ ਦੇ ਵਿੱਚ। ਔਰ ਬੰਦਾ ਜਿਹੜਾ ਨਾ, ਉਹ ਮਨੋਰੰਜਨ ਜਿਹੜਾ, ਉਹਦੀ ਇੱਦਾਂ ਹੀ ਮਨੋਰੰਜਨ ਵੀ ਉਹਦੀ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਪਾਰਟ ਆ। ਮਨੋਰੰਜਨ ਹੋਣਾ ਵੀ ਬੜਾ ਜ਼ਰੂਰੀ ਹੈਗਾ। ਅਤੇ ਜੇ ਮਨੋਰੰਜਨ ਦੇ ਸਾਧਨ ਨੂੰ ਐਜੂਕੇਟਿਵ ਢੰਗ ਦੇ ਨਾਲ ਪੇਸ਼ ਕੀਤਾ ਜਾਏ ਤਾਂ ਉਹਦੀਆਂ ਵੀ ਬਹੁਤ ਪੋਸੀਬਿਲਿਟੀਜ਼ ਹੈਗੀਆਂ, ਹੈ ਨਾ। ਔਰ ਮਨੋਰੰਜਨ ਚਾਹੁੰਦਾ ਹੀ ਆ ਬੰਦਾ, ਉਹਦਾ ਹੋਣਾ ਚਾਹੀਦਾ, ਪਰ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਕਿ ਉਹ ਜ਼ਿੰਦਗੀ ਦੇ ਮਿਆਰਾਂ ਤੋਂ ਥੱਲੇ ਗਿਰ ਜਾਵੇ, ਹੈ ਨਾ। ਤੰਜ਼ ਹੈ, ਮਜ਼ਾਹੀਆ ਹੈ, ਕਾਮੇਡੀ ਹੈ, ਇਹਦਾ ਰੋਲ ਹੈ ਬੜਾ। ਔਰ ਦੁਨੀਆ ਦੇ ਵਿੱਚ ਐਸੇ ਐਸੇ ਕਮੇਡੀਅਨ ਹੋਏ ਆ। ਚਾਰਲੀ ਚੈਪਲਨ ਨੂੰ ਹੀ ਤੁਸੀਂ ਇਹ ਦੇਖ ਲਓ ਕਿ ਉਹ ਐਸਾ ਥੀਮ ਲੈ ਕੇ ਬਣਾਉਂਦਾ ਸੀ ਕਿ ਹਿਟਲਰ ਲੱਭਦਾ ਫਿਰਦਾ ਸੀ ਕਿ ਇਹਨੂੰ ਬੰਦਾ, ਮੈਂ ਇਹਨੂੰ ਛੱਡਣਾ ਨਹੀਂ, ਹੈ ਨਾ। ਜਾਣੀ ਉਹ ਜਿਹੜਾ ਮਰਜ਼ੀ ਫਾਰਮੈਟ ਹੋਵੇ, ਉਹਦੇ 'ਚ ਥੋਟ ਕਿਹੜਾ ਲੈ ਕੇ ਜਾਣਾ ਹੈ, ਇਹ ਇੰਪੋਰਟੈਂਟ ਹੈ। ਥੋਟ ਕਿਹੜਾ ਲੈ ਕੇ ਜਾਣਾ। ਇਸੇ ਤਰ੍ਹਾਂ ਜਦੋਂ ਅਸੀਂ ਇਹ ਫਿਲਮ ਕਿਸੇ ਦੀ ਜੀਵਨੀ 'ਤੇ ਬਣਾਉਂਦੇ ਹਾਂ, ਤਾਂ ਫਿਰ ਪਤਾ ਲੱਗਦਾ ਹੈ ਕਿ ਲਾਈਫ ਦੇ ਵਿੱਚੋਂ ਹੀ ਲਿਟਰੇਚਰ ਪੈਦਾ ਹੁੰਦਾ ਹੈ। ਲਾਈਫ ਜਿੱਦਾਂ ਜਿਉਈ ਜਾ ਰਹੀ, ਉਹ ਲਿਟਰੇਚਰ ਹੀ ਹੁੰਦਾ ਆ, ਜੇ ਉਹਨੂੰ ਠੀਕ ਤਰ੍ਹਾਂ ਸੀ ਲੈਂਦੇ ਹਾਂ, ਹੈ ਨਾ। ਔਰ ਇਸੇ ਤਰ੍ਹਾਂ ਆਰਟ ਦਾ ਦੂਜਾ ਪਾਰਟ ਜਿਹੜਾ ਫਿਲਮਿੰਗ ਹੈਗੀ ਆ, ਉਹ ਫਿਲਮ, ਉਹ ਬੰਦਾ ਜਿਉ ਰਿਹਾ ਫਿਲਮ, ਹੈ ਨਾ। ਔਰ ਉਹ ਜਿਉ ਰਿਹਾ ਤਾਂ ਉਹਨੂੰ ਫਿਲਮਾ ਦਿੱਤਾ ਜਾਵੇ, ਹੈ ਨਾ। ਔਰ ਸਿਰਫ ਇਹੀ ਆ ਕਿ ਵੀ ਉਹਨੇ ਜਿਹੜੇ ਬਾਬਾ ਸਾਹਿਬ ਦਾ ਜੀਵਨ ਹੈਗਾ ਆ, ਉਹ 60 ਸਾਲ ਦੇ ਆਸ-ਪਾਸ ਜਾਂ ਮਤਲਬ ਅਪਰੋਕਸੀਮੇਟਲੀ, ਅਤੇ ਉਹਨੂੰ 2.5 ਘੰਟਿਆਂ 'ਚ ਕਿਵੇਂ ਪੇਸ਼ ਕਰਨਾ, ਤਾਂ ਇਹ ਇੱਕ ਵੱਖਰਾ ਮਸਲਾ ਹੈ ਨਾ। ਜਦੋਂ ਫਿਲਮ ਤਿਆਰ ਕਰਨੀ ਚਾਹੀ ਤੁਸੀਂ, ਜਦੋਂ ਮਨ ਦੇ ਵਿੱਚ ਖਿਆਲ ਆਇਆ, ਸੋ ਲੋਕਾਂ ਦੇ ਵਿੱਚ ਕਿੰਨਾ ਕੁ ਵਿਚਰੇ, ਲੋਕਾਂ ਦੇ ਵਿਚਾਰ ਜਾਣੇ ਕਿ ਬਣਾਉਣੀ ਚਾਹੀਦੀ, ਔਰ ਲੋਕ ਕਿੰਨਾ ਕੁ ਇਸ ਚੀਜ਼ ਦੇ ਬਾਰੇ, ਜਿੱਦਾਂ ਤੁਸੀਂ ਕਿਹਾ ਨਾ, ਬਹੁਤ ਘੱਟ ਲੋਕ ਜਾਣਦੇ ਨੇ, ਸਿਰਫ ਇਹੀ ਜਾਣਦੇ ਨੇ ਕਿ ਕੌਨਸਟੀਟਿਊਸ਼ਨ ਲਿਖਿਆ ਜਾਂ ਕੁਝ ਹਿੱਸੇ ਲਿਖੇ ਨੇ। ਸਾਨੂੰ ਮੈਡਮ, ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਜਿਹਨੂੰ ਲੋਕ ਉਡੀਕਦੇ ਆ ਦਹਾਕਿਆਂ ਤੋਂ। ਜਿਉਂ ਚਰਚਾ ਸ਼ੁਰੂ ਹੋਈ ਆ, ਅਤੇ ਸਾਨੂੰ ਇਹ ਜਾਣੀ ਦੇਖ ਕੇ ਹੈਰਾਨੀ ਹੁੰਦੀ ਆ ਕਿ ਆਪਣੇ ਤੌਰ ਦੇ ਉੱਤੇ ਲੋਕ ਇਸ ਫਿਲਮ ਦੇ ਪ੍ਰੋਪੇਗੰਡਾ ਦੇ ਉੱਤੇ ਲੱਗੇ ਹੋਏ ਆ, ਜਿਹਦਾ ਸਾਨੂੰ ਵੀ ਨਹੀਂ ਪਤਾ। ਨਹੀਂ ਤਾਂ ਕੋਈ ਫਿਲਮ ਵੀ ਬੜਾ ਭਾਰੀ ਬਜਟ ਰੱਖਣ ਤੋਂ ਬਿਨਾਂ ਉਹਨੂੰ ਪਬਲਿਸਾਈਜ਼ ਨਹੀਂ ਕੀਤਾ ਜਾ ਸਕਦਾ, ਹੈ ਨਾ। ਪਬਲਿਸਿਟੀ ਨਹੀਂ ਹੋ ਸਕਦੀ ਉਹਦੀ। ਜੇ ਉਹ 2000 ਕਰੋੜ ਦੀ ਫਿਲਮ ਬਣਾਉਂਦਾ, ਤਾਂ ਉਹਦੇ 'ਤੇ 2500 ਕਰੋੜ ਉਹਦੀ ਪਬਲਿਸਿਟੀ ਲਈ ਰੱਖਦਾ ਆ। ਮੈਂ ਇੱਧਰੋਂ ਪਠਾਨਕੋਟ ਨੂੰ ਗਿਆ, ਮੁਕੇਰੀਆਂ ਵੱਲ ਦੀ, ਮੇਰੇ ਆਪਣੀ ਫਿਲਮ ਦੇ ਫਲੈਕਸ ਬਣਾ ਕੇ ਲੋਕਾਂ ਨੇ ਆਪਣੇ ਵੱਲੋਂ ਲਾਏ ਹੋਏ, ਥੱਲੇ ਆਪਣੀ ਫੋਟੋ ਲਾਈ ਹੋਈ ਆ ਕਿ ਜੇ ਤੁਸੀਂ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਫਿਲਮ ਦੇਖੋ। ਉਹ ਥੱਲੇ ਜਾਓ, ਜੇ ਉਹਦਾ ਕੋਈ ਕਾਰੋਬਾਰ, ਜੇ ਹੌਸਪੀਟਲ, ਨਾਲ ਥੱਲੇ ਹੌਸਪੀਟਲ ਦਾ ਨਾਂ ਲਿਖਿਆ, ਨਾਲ ਆਪਣੀ ਫੋਟੋ ਲਾਈ ਹੋਈ ਹੈ, ਨਾਲ ਸਾਡਾ ਉਹ ਪੋਸਟਰ ਲਾਇਆ ਹੋਇਆ ਜਿਹੜਾ ਅਸੀਂ ਵੱਡੀਆਂ ਫਲੈਕਸਾਂ। ਇਹ ਹੈ ਕਿ ਬਾਬਾ ਸਾਹਿਬ ਨੂੰ ਦੇ ਬਾਰੇ 'ਚ ਲੋਕਾਂ ਦੀ ਖਿੱਚ ਕਿੰਨੀ ਹੈ ਨਾ। ਔਰ ਉਹ ਹੁਣ ਸਾਨੂੰ 200 250 300 ਦੀਆਂ ਮੀਟਿੰਗਾਂ ਹੋ ਰਹੀਆਂ। ਔਰ ਜਿਉਂ ਹੀ ਉਹ ਮੀਟਿੰਗ 'ਚੋਂ ਨਿਕਲਦੇ, ਉਹ ਕਹਿੰਦੇ ਹੁਣ ਸਿਨੇਮਿਆਂ 'ਚ ਲੋਕ ਕਿਵੇਂ ਜਾਣਗੇ, ਮਹੱਲਿਆਂ ਨੂੰ ਚੱਲਦੇ ਆ, ਹੈ ਨਾ। ਸੋ ਇਹ ਹੈ, ਸਾਨੂੰ ਲੱਗਦਾ ਕਿ ਅੱਛਾ ਰਿਜ਼ਲਟ ਨਿਕਲਣ ਵਾਲਾ ਹੈ। ਅੱਛਾ, ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਕਿ ਫਿਲਮ ਦੇਖਣ ਦੇ? ਅਸੀਂ ਤਾਂ ਲੋਕਾਂ ਨੂੰ ਮੈਡਮ ਸੰਦੇਸ਼ ਦੇਣ ਜੋਗੇ ਨਹੀਂ ਹੈਗੇ, ਲੋਕ ਸਾਨੂੰ ਸੰਦੇਸ਼ ਦੇ ਰਹੇ ਆ ਬਈ ਇਹ ਸੀ ਕੰਮ ਤੁਹਾਡੇ ਕਰਨ ਵਾਲਾ, ਜਿਹੜਾ ਤੁਸੀਂ ਹੁਣ ਸ਼ੁਰੂ ਕੀਤਾ ਹੈ ਜ਼ਿੰਦਗੀ ਲਾਉਣ ਤੋਂ ਬਾਅਦ, ਹੈ ਨਾ। ਸੋ ਇਸ ਕਰਕੇ ਅਸੀਂ ਸੰਦੇਸ਼ ਲੋਕਾਂ ਤੋਂ ਲੈਂਦੇ ਹਾਂ, ਦਿੰਦੇ ਨਹੀਂ। ਸੰਦੇਸ਼ ਫਿਲਮ ਦੇਗੀ। ਕੀ ਮੋਟੀਵੇਟ ਕਰੂੰਗੇ ਕਿ ਲੋਕ ਫਿਲਮ ਦੇਖਣ? ਮੋਟੀਵੇਟ ਇਹੀ ਆ ਕਿ ਹਰ ਬੰਦਾ, ਹਰ ਸਮਾਜ ਦਾ ਹਰ ਹਿੱਸਾ ਬੜੇ ਸੰਕਟ 'ਚੋਂ ਦੀ ਗੁਜ਼ਰ ਰਿਹਾ ਆ, ਉਹ ਹੱਲ ਦੇ ਭਾਲ 'ਚ ਆ। ਸਾਨੂੰ ਇਹ ਪਤਾ ਕਿ ਉਹ ਇਹ ਸਮਝਦੇ ਆ ਕਿ ਬਾਬਾ ਸਾਹਿਬ ਹੱਲ ਲੈ ਕੇ ਬੈਠੇ ਆ, ਅਤੇ ਉਹ ਹੱਲ ਇਸ ਫਿਲਮ 'ਚੋਂ ਮਿਲਣਾ, ਹੈ ਨਾ। ਸੋ ਇਹੀ ਅਸੀਂ ਕਹਿੰਦੇ ਹਾਂ ਵੀ ਜੇ ਹੱਲ ਚਾਹੁੰਦੇ ਹੋ ਤਾਂ ਬਾਬਾ ਸਾਹਿਬ ਦੀ ਫਿਲਮ ਜ਼ਰੂਰ ਦੇਖਿਓ।
ਸੋ ਇਹ ਤੁਸੀਂ ਗੱਲਬਾਤ ਸੁਣੀ ਜਿਹੜੇ ਸਕਰੀਨ ਪਲੇ ਰਾਈਟਰ ਨੇ ਔਰ ਸਕ੍ਰਿਪਟ ਰਾਈਟਰ ਨੇ ਸਤਨਾਮ ਚਾਨਾ ਹੋਣੀ, ਤੇ ਇਸੇ ਦੇ ਨਾਲ ਫਿਲਮ ਦੇ ਡਾਇਰੈਕਟਰ ਨੇ ਜਿਹੜੇ ਜੱਸੀ ਚਾਨਾ ਹੋਣਾ ਦੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਫਿਲਮ ਬਣਾਉਣ ਦੇ ਵਿੱਚ ਕੀ ਕੁਝ ਮੁਸ਼ਕਿਲ ਆਈਆਂ ਜਾਂ ਉਹਨਾਂ ਨੇ ਕਿਵੇਂ ਇਸ ਸਾਰੀ ਫਿਲਮ ਨੂੰ ਤਿਆਰ ਕੀਤਾ। ਸੋ ਸਾਡੇ ਨਾਲ ਫਿਲਮ ਜੈ ਭੀਮ ਦੇ ਡਾਇਰੈਕਟਰ ਜੱਸੀ ਚਾਨਾ ਹੋਣੀ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਟੀਵੀ ਪੰਜਾਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਸਾਡੇ ਸੱਦੇ 'ਤੇ ਇੱਥੇ ਪ੍ਰੈਸ ਕਲੱਬ 'ਚ ਆਏ। ਥੈਂਕ ਯੂ। ਅੱਛਾ ਜੱਸੀ ਚਾਨਾ ਜੀ, ਜੇਕਰ ਗੱਲ ਕਰਾਂ ਫਿਲਮ ਜੈ ਭੀਮ ਦੀ, ਤਾਂ ਬਹੁਤ ਸਾਰੀਆਂ ਫਿਲਮਾਂ ਪਹਿਲਾਂ ਆ ਚੁੱਕੀਆਂ ਨੇ, ਸੋ ਐਨੀਮੇਟਡ ਫਿਲਮ ਹੀ ਕਿਉਂ ਤੁਸੀਂ ਚੁਣੀ? ਇੱਕ ਤਾਂ ਇਹ ਹੈ ਕਿ ਜੀ ਮੈਂ ਆਪ ਖੁਦ ਇੱਕ ਐਨੀਮੇਸ਼ਨ ਡਾਇਰੈਕਟਰ ਹਾਂ, ਫਿਲਮ ਡਾਇਰੈਕਟਰ ਦੇ ਨਾਲ ਨਾਲ, ਔਰ ਸਾਡਾ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਪ੍ਰੀਤਮ ਫਿਲਮ ਪ੍ਰੋਡਕਸ਼ਨ, ਇਹ ਆਲਰੇਡੀ ਇੱਕ ਐਨੀਮੇਸ਼ਨ ਫਿਲਮ ਕਰ ਚੁੱਕਾ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਗੁਰੂ ਦਾ ਬੰਦਾ, ਜਿਹੜੀ ਕਿ ਅਗਸਤ 2018 'ਚ ਰਿਲੀਜ਼ ਹੋਈ ਸੀ। ਔਰ ਸਾਡਾ ਜਿਹੜਾ ਪ੍ਰੋਡਕਸ਼ਨ ਹਾਊਸ ਹੈ, ਇਹਦਾ ਟਾਰਗੇਟ ਹੀ ਇਹ ਆ ਕਿ ਅਸੀਂ ਐਨੀਮੇਸ਼ਨ ਪ੍ਰੋਡਕਸ਼ਨਸ ਕਰੀਏ, ਔਰ ਖਾਸ ਕਰ ਉਹਨਾਂ ਦੇ ਉੱਪਰ ਕਰੀਏ ਜਿਹੜੇ ਸਾਡੇ ਸਮਾਜ ਦੇ ਹੀਰੋ ਨੇ, ਉਹਨਾਂ ਦੇ ਉੱਪਰ ਅਸੀਂ ਆਪਣਾ ਜਿਹੜਾ ਨਾ ਫਿਲਮ ਪ੍ਰੋਡਕਸ਼ਨ ਕਰੀਏ। ਅੱਛਾ ਜੱਸੀ ਚਾਨਾ ਜੀ, ਜੇਕਰ ਇਸ ਫਿਲਮ ਦੇ ਬਾਰੇ ਹੀ ਗੱਲ ਕਰ ਲਈਏ ਤਾਂ ਕਈ ਵਾਰੀ ਹੁੰਦਾ ਹੈ ਕਿ ਜਿੱਦਾਂ ਹੁਣ ਫਿਲਮ ਦੇ ਵਿੱਚ ਹੀਰੋਜ਼ ਹੁੰਦੇ ਨੇ, ਕਰੈਕਟਰ ਹੁੰਦੇ ਨੇ, ਤਾਂ ਉਹ ਥੋੜ੍ਹਾ ਈਜ਼ੀ ਹੋ ਜਾਂਦਾ ਹੈ। ਸੋ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਕਿੰਨੀ ਕੁ ਮਿਹਨਤ ਲੱਗੀ, ਕਿਉਂਕਿ ਇਹ ਐਨੀਮੇਟਡ ਫਿਲਮ ਸੀ, ਸੋ ਪਿਛਲਾ ਸਟਰਗਲ ਵੀ ਜ਼ਰੂਰ ਦੱਸੋ। ਬਿਲਕੁਲ ਜੀ, ਤੁਸੀਂ ਇਹ ਇਮੈਜਿਨ ਕਰੋ ਕਿ ਇੱਕ ਸਟੈਚੂ ਹੈ ਨਾ, ਬੇਜਾਨ ਸਟੈਚੂ ਹੈ, ਔਰ ਉਹ ਐਕਟ ਕਰ ਰਿਹਾ ਹੈ ਨਾ। ਸੋ ਇਹਦਾ ਮਤਲਬ ਇਹੀ ਆ ਕਿ ਤੁਸੀਂ ਇਮੈਜਿਨ ਕਰ ਸਕਦੇ ਆ ਕਿ ਕਿੰਨਾ ਡਿਫਿਕਲਟ ਹੈ। ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਕਹਿ ਸਕਦੇ ਆ ਕਿ ਜਿਹੜੇ ਮਾਡਲਸ ਬਣੇ ਹੁੰਦੇ ਆ, ਇਹ ਇੱਕ ਤਰ੍ਹਾਂ ਦੇ ਜਿੱਦਾਂ ਕਲੇ ਸਟਰਕਚਰ ਨਾਲ ਤੁਸੀਂ ਸਟੈਚੂ ਬਣਾਉਂਦੇ ਆ, ਇਹ ਕੰਪਿਊਟਰ ਜਨਰੇਟਡ ਕਲੇ ਸਟਰਕਚਰ ਹੈਗਾ ਆ। ਔਰ ਇਹਦੇ ਵਿੱਚ ਹਿਊਮਨ ਬਾਡੀ ਵਾਂਗ ਹੈ ਨਾ, ਇਹਦੇ ਵਿੱਚ ਵੀ ਬੋਨ ਸਟਰਕਚਰ ਕ੍ਰੀਏਟ ਹੁੰਦਾ ਆ, ਦੈਨ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਦੇ ਵਿੱਚ ਮੂਵਮੈਂਟ ਕੀਤੀ ਜਾਂਦੀ ਆ। ਈਵਨ ਜੇ ਸਾਡੇ ਮਾਡਲ ਨੇ ਆਪਣੀ ਚੇਅਰ ਚੱਕ ਕੇ ਔਰ ਉਹਨੂੰ ਹਿਲਾਉਣਾ ਵੀ ਆ, ਈਵਨ ਚੇਅਰ ਨੂੰ ਵੀ ਲਾਈਵ ਕਰਨਾ ਪੈਂਦਾ, ਇਹਦਾ ਮਤਲਬ ਹੈ ਵੀ ਇਹਦਾ ਵੀ ਸਾਨੂੰ ਬੋਨ ਸਟਰਕਚਰ ਬਣਾਉਣਾ ਪੈਂਦਾ ਆ। ਸੋ ਇਸ ਕਰਕੇ ਤੁਸੀਂ ਕਹਿ ਸਕਦੇ ਕਿ ਵੀ ਜੇ ਕੋਈ ਪੱਤਾ ਵੀ ਹਿਲ ਰਿਹਾ ਫਿਲਮ ਦੇ ਵਿੱਚ, ਐਨੀਮੇਸ਼ਨ ਫਿਲਮ ਦੇ ਵਿੱਚ, ਉਹ ਵੀ ਕੰਪਿਊਟਰ ਜਨਰੇਟਡ ਆ, ਔਰ ਉਹ ਵੀ ਐਨੀਮੇਟ ਹੋਇਆ ਆ, ਔਰ ਉਹਨੇ ਆਪਣੇ ਆਪ ਕੁਛ ਨਹੀਂ ਐਕਟ ਕਰਨਾ ਆ, ਉਹਨੂੰ ਕਮਾਂਡ ਹੀ ਦੇਣੀ ਪੈਣੀ ਆ ਉਹਦੇ ਅਕੋਰਡਿੰਗਲੀ, ਉਹਦੇ ਐਕਟ ਦੇ ਅਕੋਰਡਿੰਗਲੀ। ਚਾਹੇ ਉਹ ਛੋਟੀ ਜਿਹੀ ਚੀਜ਼ ਹੈ, ਚਾਹੇ ਪੈਨ ਹੈ, ਚਾਹੇ ਕੁਛ ਵੀ ਹੈ, ਪੇਪਰ ਹੈ, ਔਰ ਤੁਸੀਂ ਕਹਿ ਸਕਦੇ ਹੋ ਫਿਰ ਕਰੈਕਟਰ ਤਾਂ ਔਰ ਡਾਇਲੋਗਸ ਦੇ ਅਕੋਰਡਿੰਗਲੀ, ਉਹਨਾਂ ਦਾ ਮੂਡ ਦੇ ਅਕੋਰਡਿੰਗਲੀ ਉੱਦਾਂ ਦੇ ਐਕਸਪ੍ਰੈਸ਼ਨਸ ਕ੍ਰੀਏਟ ਕਰਨਾ, ਅਤੇ ਦੈਨ ਉੱਦਾਂ ਦੀ ਐਨੀਮੇਸ਼ਨ ਕਰਨਾ। ਅੱਛਾ ਜੇਕਰ ਗੱਲ ਕਰਾਂ ਇਸ ਫਿਲਮ ਦੇ ਵਿੱਚ ਆਵਾਜ਼ ਦੀ, ਹੈ ਨਾ, ਸੋ ਬੇਹੱਦ ਦਮਦਾਰ, ਜਿੱਦਾਂ ਤੁਸੀਂ ਟ੍ਰੇਲਰ ਦਿਖਾਇਆ, ਦਮਦਾਰ ਆਵਾਜ਼ ਹੈ, ਸੋ ਇਹਨਾਂ ਪਿਛਲੀਆਂ ਆਵਾਜ਼ਾਂ ਬਾਰੇ ਵੀ ਜ਼ਰੂਰ ਦੱਸੋ ਜੀ। ਇਸ ਫਿਲਮ ਦੇ ਵਿੱਚ ਜਿਹੜੀ ਕਮੈਂਟਰੀ ਹੈ, ਬੈਕਗਰਾਊਂਡ ਕਮੈਂਟਰੀ, ਉਹ ਰਜ਼ਾ ਮੁਰਾਦ ਜੀ ਦੀ ਹੈਗੀ ਆ। ਔਰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਵੋਇਸ ਓਵਰ ਦਿੱਤੀ ਆ ਪਿੱਛੇ, ਉਹ ਗਣੇਸ਼ ਦਿਵਾਕਰ ਜੀ ਹੈਗੇ ਆ, ਔਰ ਉਹ ਆਪ ਮਹਾਰਾਸ਼ਟਰ ਤੋਂ ਨੇ। ਸਾਨੂੰ ਇਹ ਰਿਕੁਆਇਰਮੈਂਟ ਵੀ ਸੀ ਕਿਉਂਕਿ ਬਾਬਾ ਸਾਹਿਬ ਦੀ ਜਨਮ ਭੂਮੀ ਜਿਹੜੀ ਆ ਉਹ ਮਹਾਰਾਸ਼ਟਰ ਹੈ, ਅਤੇ ਸਾਨੂੰ ਇਹੀ ਸੀਗਾ ਕਿ ਮਰਾਠੀ ਐਕਸੈਂਟ ਜਿਹੜਾ ਨਾ ਉਹ ਮਤਲਬ ਉਹਨਾਂ ਨੂੰ ਹਾਇਰ ਕੀਤਾ ਜਾਵੇ ਜਿਹਨਾਂ ਦਾ ਮਰਾਠੀ ਐਕਸੈਂਟ ਹੈਗਾ ਆ। ਔਰ ਲੱਕੀਲੀ ਸਾਨੂੰ ਗਣੇਸ਼ ਜੀ ਮਿਲੇ, ਔਰ ਗਣੇਸ਼ ਜੀ ਨੇ ਆਲਰੇਡੀ ਕਾਫੀ ਹਾਲੀਵੁੱਡ ਦੀਆਂ ਜਿਹੜੀਆਂ ਹਿੰਦੀ ਡੱਬ ਹੁੰਦੀਆਂ ਫਿਲਮਾਂ ਤੁਸੀਂ ਦੇਖਦੇ ਹੋ, ਔਰ ਉਹਨਾਂ 'ਚ ਕਾਫੀ ਕੰਮ ਕੀਤਾ ਆ। ਮੇਨ ਲੀਡ ਰੋਲ ਜਿਹੜੇ ਹੈਗੇ ਆ ਉਹਨਾਂ ਨੇ ਕਾਫੀ ਫਿਲਮਾਂ ਕੀਤੀਆਂ ਆ। ਅੱਛਾ ਜੱਸੀ ਚਾਨਾ ਜੀ, ਇਸ ਫਿਲਮ ਦੇ ਬਾਰੇ ਹੀ ਜੇਕਰ ਅਗਲੀ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜੀਆਂ ਕੁਝ ਸੀਰੀਅਲਸ ਫਿਲਮਾਂ ਬਣੀਆਂ ਹੋਈਆਂ ਸੀ, ਸੋ ਇਸ ਫਿਲਮ ਦੀ ਕਹਾਣੀ ਜਿਹੜੀ ਹੈ ਲੋਕਾਂ ਦੇ ਵਿੱਚ ਤੁਸੀਂ ਕਿੰਨਾ ਕੁ ਵਿਚਰੇ, ਜਾਂ ਜਿੱਦਾਂ ਸਤਨਾਮ ਚਾਨਾ ਹੁਣੀ ਲਿਖੀ ਹੈ ਨਾ, ਸਕਰੀਨ ਪਲੇ ਰਾਈਟ ਕੀਤਾ ਹੋਇਆ ਉਹਨਾਂ ਨੇ, ਸੋ ਕਿੰਨਾ ਕੁ ਤੁਹਾਨੂੰ ਕਹਿ ਲਓ ਵੀ ਚੀਜ਼ਾਂ ਨੂੰ ਰਿਸਰਚ ਕਰਨੀ ਪਈ, ਹੋਮਵਰਕ ਕਰਨਾ ਪਿਆ ਇਹਨਾਂ ਚੀਜ਼ਾਂ 'ਤੇ, ਕਿ ਤੁਸੀਂ ਕੁਝ ਵੱਖਰਾ ਜਿਹੜਾ ਹੈ ਉਹ ਦਰਸ਼ਕਾਂ ਨੂੰ ਪਰੋਸ ਸਕੋ? ਹਾਂਜੀ, ਤੁਹਾਨੂੰ ਸਤਨਾਮ ਚਾਨਾ ਜੀ ਨੇ ਦੱਸ ਹੀ ਦਿੱਤਾ ਹੋਏਗਾ ਕਿ ਰਿਸਰਚ ਦੇ ਵਿੱਚ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ। ਜਿਹੜੀ ਤੁਸੀਂ ਐਜ਼ ਅ ਡਾਇਰੈਕਟਰ ਜੇ ਮੈਨੂੰ ਪੁੱਛੋ, ਅਤੇ ਸਾਡਾ ਮੇਨ ਇਹ ਸੀਗਾ ਕਿ ਅਸੀਂ ਵੀ ਉਹਨਾਂ ਦੀਆਂ ਕਈ ਲਾਈਵ ਰਿਕਾਰਡਿੰਗਸ ਲੱਭੀਆਂ, ਜਿਹਦੇ 'ਚ ਕਾਫੀ ਉਹਨਾਂ ਦਾ ਕੈਮਰੇ ਦੇ ਉੱਤੇ ਉਹਨਾਂ ਦਾ ਵੇ ਆਫ ਟਾਕਿੰਗ ਕੀ ਸੀਗਾ। ਥੋੜ੍ਹਾ ਜਿਹਾ ਫਾਸਟ ਵੀ ਬੋਲਦੇ ਸੀਗੇ ਬਾਬਾ ਸਾਹਿਬ, ਅਸੀਂ ਇਹ ਨੋਟ ਕੀਤਾ। ਔਰ ਸਮਾਈਲ ਦਾ ਉਹਨਾਂ ਦਾ ਕਿੱਦਾਂ ਉਹਨਾਂ ਦਾ ਹੈ, ਔਰ ਉਹਨਾਂ ਦਾ ਬਾਡੀ ਸਟਰਕਚਰ, ਕਿਉਂਕਿ ਏਜ ਦੇ ਅਕੋਰਡਿੰਗਲੀ ਕਿੱਦਾਂ ਉਹਨਾਂ 'ਚ ਚੇਂਜ ਹੁੰਦੀ ਗਈ। ਔਰ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਬਹੁਤ ਜਿਹੜਾ ਡਿਫੀਕਲਟ ਸੀ, ਉਹਨਾਂ ਦਾ ਬਚਪਨ
ਦੀ ਫੋਟੋ ਮਿਲਣੀ, ਕਿਉਂਕਿ ਅਸੀਂ ਬਚਪਨ ਦਿਖਾ ਰਹੇ ਹਾਂ। ਔਰ ਇਸ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਸਾਡੇ ਮਾਡਲਸ ਹੈਗੇ ਆ, ਬਾਬਾ ਸਾਹਿਬ ਤੋਂ ਲੈ ਕੇ ਜਿੰਨੇ ਵੀ ਮਾਡਲਸ ਹੈਗੇ ਆ, ਚਾਹੇ ਰਾਮ ਜੀ ਸੁਖਪਾਲ ਨੇ ਉਹਨਾਂ ਦੇ ਫਾਦਰ ਸਾਹਿਬ ਹੈ, ਚਾਹੇ ਮਾਤਾ ਜੀ ਨੇ, ਅਤੇ ਚਾਹੇ ਉਹਨਾਂ ਦਾ ਬਹੁਤ ਛੋਟਾ ਜਿਹਾ ਰੋਲ ਹੈਗਾ, ਲੇਕਿਨ ਤੁਸੀਂ ਦੇਖੋਗੇ ਕਿ ਫੋਟੋ ਦੇ ਨਾਲ ਅਸੀਂ ਉਹਨਾਂ ਦੀ ਰਿਜ਼ੈਂਬਲੈਂਸ ਰੱਖੀ ਆ, ਮੇਲ ਖਾਂਦੇ ਆ। ਔਰ ਕਈ ਜਿਹੜੇ ਉਸ ਟਾਈਮ ਦੇ ਲੀਡਰ ਸੀਗੇ, ਪੰਡਿਤ ਨਹਿਰੂ ਹੋ ਗਏ ਜਾਂ ਗਾਂਧੀ ਜੀ ਸੀਗੇ, ਉਹਨਾਂ ਨੂੰ ਵੀ ਤੁਸੀਂ ਦੇਖੋਗੇ ਕਿ ਉਹ ਮਤਲਬ ਚਾਹੇ ਲੀਡਰ ਛੋਟਾ ਹੈ ਚਾਹੇ ਵੱਡਾ, ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਕਿ ਸੇਮ ਉੱਦਾਂ ਦੇ ਹੀ ਲੱਗਣ। ਸੋ ਇਸ ਚੱਲਦੇ ਹੋਏ ਸਾਨੂੰ ਰਿਸਰਚ ਵਕਤ ਤਾਂ ਹਰੇਕ ਕਰੈਕਟਰ 'ਤੇ ਕਰਨੀ ਪਈ। ਔਰ ਬਾਬਾ ਸਾਹਿਬ ਦੇ ਕਿਉਂਕਿ ਅਸੀਂ ਬਚਪਨ ਤੋਂ ਲੈ ਕੇ ਨਿਰਮਾਣ ਤੱਕ ਸਾਰਾ ਦਿਖਾ ਰਹੇ ਹਾਂ, ਅਸੀਂ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੀ ਯੰਗ ਏਜ, ਫਿਰ ਦੈਨ ਜਿਹੜਾ ਉਹ ਕੋਲੰਬੀਆ ਯੂਨੀਵਰਸਿਟੀ ਗਏ, ਔਰ ਉਸ ਟਾਈਮ ਦੇ ਵਿੱਚ ਉਹਨਾਂ ਦੀ ਫਿਜ਼ੀਕ ਕਿੱਦਾਂ ਦੀ ਸੀਗੀ, ਕਿੱਦਾਂ ਦਾ ਉਹਨਾਂ ਦਾ ਸਟਰਕਚਰ ਸੀਗਾ। ਫਿਰ 올ਡ ਏਜ ਦੇ ਵਿੱਚ ਅਸੀਂ ਉਹ ਆਲਮੋਸਟ ਸਾਰਾ ਕੁਛ ਉਹਨਾਂ ਦੇ ਲਈ ਰਿਸਰਚ ਕਰਕੇ ਔਰ ਐਨ ਉੱਦਾਂ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਅੱਛਾ, ਦੱਸੀ ਜਾਣਾ ਜੀ ਅਜਿਹਾ ਕੁਝ ਮੈਸੇਜ ਕਿ ਲੋਕ ਇਸ ਫਿਲਮ ਨੂੰ ਦੇਖਣ ਪਹੁੰਚਣ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਜੀ ਕਿ 14 ਅਪ੍ਰੈਲ 2022 ਨੂੰ ਸਿਨੇਮਿਆਂ 'ਚ ਰਿਲੀਜ਼ ਹੋ ਰਹੀ ਆ, ਇਹਨੂੰ ਜ਼ਰੂਰ ਦੇਖਣ ਜਾਓ ਔਰ ਤੁਹਾਨੂੰ ਪਤਾ ਚੱਲੇਗਾ ਕਿ ਬਾਬਾ ਸਾਹਿਬ ਨੇ ਇਸ ਇੰਡੀਆ ਦੇ ਲਈ, ਭਾਰਤ ਦੇ ਲਈ ਇਸ ਨੂੰ ਕਿੰਨਾ ਸੰਘਰਸ਼ ਕੀਤਾ ਆ ਇਸ ਨੂੰ ਬਣਾਉਣ ਦੇ ਲਈ। ਔਰ ਇਹਦੇ ਕਹਿ ਲਓ ਕਿ ਹਰ ਇੱਕ ਚੀਜ਼, ਹਰ ਇੱਕ ਪਹਿਲੂ 'ਤੇ ਉਹਨਾਂ ਦਾ ਸਟਰਗਲ ਹੈ ਇਸ ਨੂੰ ਬਣਾਉਣ ਦੇ ਲਈ, ਜੀ ਦੇਸ਼ ਨੂੰ ਬਣਾਉਣ ਦੇ ਲਈ। ਔਰ ਇਹ ਸਾਰੀਆਂ ਚੀਜ਼ਾਂ ਅਸੀਂ ਫਿਲਮ ਦੇ ਵਿੱਚ ਕਵਰ ਕੀਤੀਆਂ ਆ। ਸੋ ਜੈ ਭੀਮ ਫਿਲਮ ਜਿਹੜੀ ਹੈ 14 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ। ਤੁਸੀਂ ਦੇਖਿਆ ਕਿ ਡਾਕਟਰ BR ਅੰਬੇਦਕਰ ਸਾਹਿਬ ਉਹਨਾਂ ਦੀ ਇਹ ਫਿਲਮ ਹੈ ਔਰ ਉਹਨਾਂ ਦੀ ਸਟਰਗਲ ਤੋਂ ਲੈ ਕੇ ਉਹਨਾਂ ਨੇ ਕਿਵੇਂ ਜਿਹੜਾ ਹੈ ਲੋਕਾਂ ਦੀ ਮਦਦ ਕੀਤੀ, ਕਿਉਂਕਿ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਿੱਸਾ ਸੀਗਾ, ਜਿਨ੍ਹਾਂ ਵਿੱਚ ਲੋਕਾਂ ਨੂੰ ਅੱਗੇ ਉਹਨਾਂ ਨੇ ਵਧਾਇਆ। ਸੋ ਇਸ ਫਿਲਮ ਦੇ ਵਿੱਚ ਉਹ ਸਾਰੇ ਹੀ ਹਿੱਸੇ ਜਿਹੜੇ ਨੇ ਉਹ ਬਖੂਬੀ ਦਰਸਾਏ ਗਏ ਨੇ ਔਰ ਐਨੀਮੇਟਡ ਫਿਲਮ ਹੈ ਔਰ ਐਨੀਮੇਟਡ ਦੇ ਵਿੱਚ ਉਹਨਾਂ ਦੀ ਬਹੁਤ ਸਾਰੀ ਮਿਹਨਤ ਲੱਗੀ ਹੈ। ਫਿਲਹਾਲ 14 ਅਪ੍ਰੈਲ ਨੂੰ ਇਹ ਰਿਲੀਜ਼ ਹੋ ਰਹੀ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦਾ ਇਹੀ ਕਹਿਣਾ ਹੈ ਕਿ ਜ਼ਰੂਰ ਦੇਖਣ ਪਹੁੰਚਣ। ਔਰ ਸੰਘਰਸ਼ ਦੀ ਕਹਾਣੀ ਹੈ, ਲੋਕਾਂ ਦੀ ਆਪਣੀ ਕਹਾਣੀ ਹੈ। ਮੈਂ ਇਜਾਜ਼ਤ ਲੈਣੀ ਹੈ ਕੈਮਰਾਮੈਨ ਰਵਿੰਦਰ ਦੇ ਨਾਲ, TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।